ਦਰਸ਼ਕਾਂ ਦਾ ਸਵਾਗਤ ਹੈ ਜੀ ਸਾਡੇ ਇਨਫੋਟੇਨਮੈਂਟ ਜ਼ੋਨ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਐਵੋਲੂਸ਼ਨ ਆਫ ਮੋਬਾਈਲ ਫੋਨਸ ਦੀ। ਸਾਧਾਰਨ ਤੋਂ ਸਮਾਰਟਫੋਨ ਤੱਕ ਮੋਬਾਈਲ ਫੋਨ ਆਧੁਨਿਕ ਜੀਵਨ ਲਈ ਬੁਨਿਆਦੀ ਤੌਰ ਤੇ ਸੂਚਨਾ ਤੇ ਸੰਚਾਰ ਕੇਂਦਰ ਬਣ ਗਏ ਹਨ। ਪਰ ਉਹ ਇੰਨੇ ਐਡਵਾਂਸ ਕਿਵੇਂ ਹੋਏ? ਇਹ ਜਾਣਨ ਲਈ ਕਿ ਫੋਨ ਟੈਕਨੋਲੋਜੀ ਕਿਵੇਂ ਅਤੇ ਕਦੋਂ ਵਿਕਸਿਤ ਹੋਈ, ਦੇਖਣੀ ਪੈਣੀ ਹੈ ਤੁਹਾਨੂੰ ਇਹ ਪੂਰੀ ਵੀਡੀਓ। तो शुरुआत करते हैं 1987 तो। पहला नोकिया फोन 1987 विच नोकिया ने अपना पहला मोबाइल फोन मोबीरा मिटीमैन 900 लॉन्च किया। फोन का वजन बैटरी समेत सिर्फ 800 ग्राम सी ਅਤੇ ਇਸ ਨੂੰ ਮਹਿੰਗਾ ਅਤੇ ਉੱਚ ਦਰਜੇ ਦਾ ਤੇ ਐਕਸਕਲੂਸਿਵ ਲੋਕਾਂ ਲਈ ਹੀ ਮੰਨਿਆ ਗਿਆ ਸੀ। The SH-1001 ਇਹ ਅਧਿਕਾਰਿਤ ਤੌਰ ਤੇ ਕੋਰੀਆ ਵਿੱਚ ਡਿਜ਼ਾਈਨ ਅਤੇ ਨਿਰਮਿਤ ਕੀਤਾ ਜਾਣ ਵਾਲਾ ਪਹਿਲਾ ਮੋਬਾਈਲ ਫੋਨ ਸੀ। ਲੋਕਾਂ ਲਈ ਵਿਸ਼ੇਸ਼ ਮੰਨਿਆ ਜਾਂਦਾ ਸੀ। 1999 ਪਹਿਲਾ ਫਲਿਪ ਫੋਨ। ਬਹੁਤ ਸਾਰੇ ਬ੍ਰਿਕ ਸਟਾਈਲ ਦੇ ਸੈੱਲ ਫੋਨਾਂ ਤੋਂ ਬਾਅਦ ਮੋਟੋਰੋਲਾ ਨੇ ਫਲਿਪ ਡਿਜ਼ਾਈਨ ਨੂੰ ਮਾਰਕੀਟ ਵਿੱਚ ਲਿਆ ਕੇ ਦੁਬਾਰਾ ਨਵੀਨਤਾ ਕੀਤੀ। ਮੋਟੋਰੋਲਾ ਦੇ ਮਾਈਕਰੋਟੈਕ ਮਾਡਲ ਤੋਂ ਪਹਿਲਾਂ ਜ਼ਿਆਦਾਤਰ ਸੈੱਲ ਫੋਨ ਭਾਰੀ ਹੁੰਦੇ ਸਨ ਅਤੇ ਆਮ ਤੌਰ ਤੇ ਉਹਨਾਂ ਦੇ ਆਕਾਰ ਦੇ ਕਾਰਨ ਕਾਰਾਂ ਵਿੱਚ ਸਥਾਪਿਤ ਹੁੰਦੇ ਸਨ। 1992 ਪਹਿਲਾ GSM 2G ਫੋਨ। ਜਿਵੇਂ ਕਿ ਅਸੀਂ 90 ਦੇ ਦਹਾਕੇ ਵਿੱਚ ਚਲੇ ਗਏ, ਫੋਨ ਦੇ ਸਰੀਰ ਛੋਟੇ ਹੁੰਦੇ ਗਏ ਅਤੇ ਐਂਟੀਨਾ ਪਤਲੇ ਹੁੰਦੇ ਗਏ। 1992 ਵਿੱਚ ਅਗਲੀ ਵੱਡੀ ਨਵੀਨਤਾ ਨੋਕੀਆ 1011 ਦੇ ਰੂਪ ਵਿੱਚ ਆਈ, ਜੋ ਕਿ ਪਹਿਲਾ ਮਾਸ ਪ੍ਰੋਡਿਊਸਡ GSM 2G ਫੋਨ ਸੀ। ਉਸੇ ਸਾਲ ਪਹਿਲੀ ਵਾਰ ਟੈਕਸਟ ਸੁਨੇਹਾ ਵੀ ਭੇਜਿਆ ਗਿਆ ਸੀ। ਇਹ ਇੱਕ ਡਿਵੈਲਪਰ ਦੁਆਰਾ ਵੋਡਾਫੋਨ ਦੇ ਦਫ਼ਤਰ ਕ੍ਰਿਸਮਸ ਪਾਰਟੀ ਵਿੱਚ ਕੰਪਨੀ ਡਾਇਰੈਕਟਰ ਨੂੰ ਭੇਜਿਆ ਗਿਆ ਸੀ। ਟੈਕਸਟ ਸੁਨੇਹੇ ਵਿੱਚ ਸਿਰਫ ਕਿਹਾ ਗਿਆ ਸੀ ਮੈਰੀ ਕ੍ਰਿਸਮਸ। 1994 ਪਹਿਲਾ ਸਮਾਰਟਫੋਨ ਅਤੇ ਟੱਚ ਸਕਰੀਨ ਫੋਨ। ਪਹਿਲਾ ਸਮਾਰਟਫੋਨ ਬਹੁਤ ਸਾਰੇ ਲੋਕਾਂ ਦੀ ਕਲਪਨਾ ਨਾਲੋਂ ਬਹੁਤ ਜਲਦੀ ਪੇਸ਼ ਕੀਤਾ ਗਿਆ ਸੀ। 1994 ਵਿੱਚ ਰਿਲੀਜ਼ ਕੀਤਾ ਗਿਆ IBM ਦਾ ਸਾਈਮਨ ਐਪਸ ਅਤੇ ਟੱਚ ਸਕਰੀਨ ਫੀਚਰ ਕਰਨ ਵਾਲਾ ਪਹਿਲਾ ਡਿਵਾਈਸ ਸੀ। ਇਸ ਤਰ੍ਹਾਂ ਇਸ ਨੂੰ ਦੁਨੀਆ ਦਾ ਪਹਿਲਾ ਸਮਾਰਟਫੋਨ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸ਼ੁਰੂਆਤੀ ਸਮਾਰਟਫੋਨ ਕਦੇ ਵੀ ਬੰਦ ਨਹੀਂ ਹੋਇਆ। ਰੈਗੂਲਰ ਸੈੱਲ ਫੋਨ ਵਧੇਰੇ ਸੰਖੇਪ ਅਤੇ ਡਿਜ਼ਾਈਨ ਵਿੱਚ ਭਿੰਨ ਬਣਦੇ ਹੋਏ ਪ੍ਰਸਿੱਧੀ ਪ੍ਰਾਪਤ ਕਰਦੇ ਰਹੇ, ਹੋਰ ਪਪੂਲਰ ਹੁੰਦੇ ਗਏ। ਹੋਰ ਫਲਿਪ ਫੋਨ ਸਨ, ਸਲਾਈਡਰ ਫੋਨ ਪੇਸ਼ ਕੀਤੇ ਗਏ ਸਨ ਅਤੇ ਫਿਰ ਮੋਟੋਰੋਲਾ ਨੇ ਫਿਰ ਤੋਂ ਨਵੀਨਤਾ ਕੀਤੀ। 1996 ਦੇ ਵਿੱਚ ਵਾਈਬ੍ਰੇਸ਼ਨ ਮੋਡ ਪੇਸ਼ ਕਰਨ ਵਾਲਾ ਪਹਿਲਾ ਫੋਨ ਮੋਟੋਰੋਲਾ ਸਟਾਰਟੈਕ ਪਹਿਲਾ ਕਲੈਮ ਸ਼ੈਲ ਫੋਨ ਸੀ ਅਤੇ ਵਾਈਬ੍ਰੇਸ਼ਨ ਪੇਸ਼ ਕਰਨ ਵਾਲਾ ਪਹਿਲਾ ਫੋਨ ਬਣਿਆ। 1998 ਵਿੱਚ ਸੀਮੈਂਸ ਨੇ ਇੱਕ ਗੇਮ ਚੇਂਜਰ ਸੀਮੈਂਸ S10 ਇੱਕ ਕਲਰ ਸਕਰੀਨ ਫੀਚਰ ਕਰਨ ਵਾਲਾ ਪਹਿਲਾ ਸੈੱਲ ਫੋਨ ਲਾਂਚ ਕੀਤਾ। ਉਸੇ ਸਾਲ ਇੱਕ ਹੋਰ ਵੱਡੀ ਘਟਨਾ 3G ਜਨਰੇਸ਼ਨ ਦੇ ਮੋਬਾਈਲ ਨੈਟਵਰਕ ਦੀ ਸ਼ੁਰੂਆਤ ਹੋਈ। ਇਹ ਵਰਣਨਯੋਗ ਹੈ ਕਿ ਕਸਟਮ ਰਿੰਗਟੋਨ ਵੀ ਉਸੇ ਸਾਲ ਜਾਰੀ ਕੀਤੇ ਗਏ ਸਨ। ਇਸ ਤਰ੍ਹਾਂ ਸੈੱਲ ਫੋਨਾਂ ਲਈ ਉਪਲਬਧ ਪਹਿਲੀ ਡਾਊਨਲੋਡ ਕਰਨ ਯੋਗ ਸਮੱਗਰੀ ਬਣ ਗਈ। ਪਹਿਲਾ ਫੋਨ ਪਲੱਸ MP3 ਪਲੇਅਰ 1999 ਵਿੱਚ ਮੋਟੋਰੋਲਾ ਅਤੇ ਨੋਕੀਆ ਨੂੰ ਪੂਰੀ ਸ਼ਾਨ ਲੈ ਦੇਣ ਲਈ ਬਿਲਕੁਲ ਸੰਤੁਸ਼ਟ ਨਹੀਂ ਸੀ। ਇਸ ਕਰਕੇ ਸੈਮਸੰਗ ਆਪਣੇ ਖੁਦ ਦੇ ਇੱਕ ਰੈਵੋਲੂਸ਼ਨਰੀ ਫੋਨ ਸੈਮਸੰਗ SPH M100 ਉਪਰਾਰ ਲੈ ਕੇ ਆਇਆ।
ਇਹ ਇੱਕ MP3 ਪਲੇਅਰ ਦੇ ਨਾਲ ਇੱਕ ਸੈੱਲ ਫੋਨ ਦੀਆਂ ਵਿਸ਼ੇਸ਼ਤਾਵਾਂ ਨੂੰ ਜੋੜਦਾ ਹੈ। ਇਸ ਤਰ੍ਹਾਂ ਯੂਜ਼ਰਸ ਨੂੰ ਸੰਗੀਤ ਚਲਾਉਣ ਦਾ ਵਿਕਲਪ ਪ੍ਰਦਾਨ ਕਰਦਾ ਹੈ। ਫੋਨ ਵਿੱਚ ਇੱਕ ਸਮਰਪਿਤ ਕੇਂਦਰੀ ਸਥਿਤ ਪਲੇ ਪੌਜ਼ ਬਟਨ ਵੀ ਸੀ ਜੋ ਕਿ ਸੈਂਟਰਲੀ ਲੋਕੇਟਡ ਸੀ। ਪਹਿਲਾ ਸਪਲੈਸ਼ ਪ੍ਰੂਫ ਫੋਨ ਨੋਕੀਆ ਦਾ 5210 ਸਪਲੈਸ਼ ਪ੍ਰੂਫ ਕੇਸ ਦੀ ਵਿਸ਼ੇਸ਼ਤਾ ਵਾਲਾ ਪਹਿਲਾ ਸੈੱਲ ਫੋਨ ਸੀ ਅਤੇ ਇਹ ਉਹਨਾਂ ਦਿਨਾਂ ਵਿੱਚ ਵਧੇਰੇ ਪ੍ਰਸਿੱਧ ਮਾਡਲਾਂ ਵਿੱਚੋਂ ਇੱਕ ਸੀ। ਪਹਿਲਾ GPS enabled ਸੈੱਲ ਫੋਨ ਉਸੇ ਸਾਲ ਬੈਨੇਫਨ ਐਸਕਰਡ ਨੇ ਲਾਂਚ ਕੀਤਾ ਸੀ। ਇਸ ਤਰ੍ਹਾਂ GPS ਸਮਰੱਥਾਵਾਂ ਨੂੰ ਵਿਸ਼ੇਸ਼ਤਾ ਦੇਣ ਵਾਲਾ ਪਹਿਲਾ ਫੋਨ ਬਣ ਗਿਆ ਸੀ। ਅਤੇ ਹਾਂ, ਸਾਨੂੰ ਹਰ ਕਿਸੇ ਦੇ ਮਨਪਸੰਦ ਇਮੋਜੀ ਦਾ ਜ਼ਿਕਰ ਕਰਨਾ ਪਏਗਾ ਉਸੇ ਸਾਲ, ਜਿਸ ਦੀ ਖੋਜ ਵੀ ਉਸੇ ਸਾਲ ਕੀਤੀ ਗਈ ਸੀ। ਪਹਿਲਾ ਕੈਮਰਾ ਫੋਨ ਪਹਿਲੇ ਕੈਮਰਾ ਫੋਨ ਲਈ ਤਾਜ ਕੁਝ ਹੱਦ ਤੱਕ ਮੁਕਾਬਲਾ ਕੰਟੈਸਟ ਕੀਤਾ ਗਿਆ ਹੈ। ਹਾਲਾਂਕਿ ਕੁਝ ਦਾਅਵਾ ਕਰਦੇ ਹਨ ਕਿ ਇਹ ਸ਼ਾਰਪ JSH04 ਸੀ। ਅਸਲ ਵਿੱਚ ਇਹ ਇੱਕ ਹੋਰ ਜਾਪਾਨੀ ਫੋਨ ਸੀ ਜੋ 1 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਕਾਇਓਸੇਰਾ VP210 ਵਿਜ਼ੂਅਲ ਫੋਨ। ਇਸ ਵਿੱਚ ਇੱਕ ਫਰੰਟ ਫੇਸਿੰਗ ਕੈਮਰਾ ਵਿਸ਼ੇਸ਼ਤਾ ਹੈ ਅਤੇ ਸਿਰਫ 20 ਫੋਟੋਆਂ ਨੂੰ ਸਟੋਰ ਕਰਨ ਲਈ ਲੋੜੀਂਦਾ ਮੈਮਰੀ ਸੀ। ਉਸ ਤੋਂ ਬਾਅਦ ਦੇ ਸਾਲਾਂ ਵਿੱਚ ਹੋਰ ਮੈਨੂਫੈਕਚਰਰਸ ਨੇ ਆਪਣੇ ਖੁਦ ਦੇ ਕੈਮਰਾ ਫੋਨਾਂ ਨੂੰ ਜਾਰੀ ਕਰਨਾ ਸ਼ੁਰੂ ਕੀਤਾ, ਜਿਸ ਵਿੱਚ ਮੈਗਾਪਿਕਸਲ ਦੀ ਗਿਣਤੀ ਅਤੇ ਸਟੋਰੇਜ ਆਕਾਰ ਦੋਵਾਂ ਵਿੱਚ ਸੁਧਾਰ ਹੋਇਆ। ਇਸ ਸਾਲ ਦੀ ਵਾਰੀ ਨਾਲ ਫੋਨ ਹੋਰ ਵੀ ਛੋਟੇ ਅਤੇ ਹਲਕੇ ਹੋ ਗਏ ਸਨ। ਇਹ ਸਾਲ 2000 ਵਿੱਚ ਨੋਕੀਆ 3310 ਨੂੰ ਲਾਂਚ ਕੀਤਾ ਗਿਆ ਸੀ। ਹੁਣ ਤੱਕ ਦੇ ਸਭ ਤੋਂ ਮਸ਼ਹੂਰ ਫੋਨਾਂ ਵਿੱਚੋਂ ਇੱਕ ਬਟਨ ਦੇ ਨਾਲ ਇਹ ਅੱਜ ਤੱਕ ਸਭ ਤੋਂ ਵੱਧ ਵਿਕਣ ਵਾਲੇ ਸੈੱਲ ਫੋਨਾਂ ਵਿੱਚੋਂ ਇੱਕ ਬਣਿਆ ਹੋਇਆ ਹੈ। ਦੋ 2001 ਦੀ ਗੱਲ ਕਰਦੇ ਹਾਂ। IR ਰੇਡੀਓ ਅਤੇ ਕੈਲੰਡਰ ਵਿਸ਼ੇਸ਼ਤਾਵਾਂ ਵਾਲਾ ਪਹਿਲਾ ਫੋਨ। ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਵਾਲਾ ਪਹਿਲਾ ਫੋਨ ਨੋਕੀਆ 8310 ਸੀ ਅਤੇ ਇਹ ਸਸਤਾ ਨਹੀਂ ਸੀ। ਜਦੋਂ ਇਹ 2001 ਵਿੱਚ ਲਾਂਚ ਹੋਇਆ ਸੀ ਤਾਂ ਸੈੱਲ ਫੋਨ $500 ਦੀ ਕੀਮਤ ਤੇ ਆਇਆ ਸੀ। ਪਹਿਲਾ ਬਲੂਟੁੱਥ ਸੈੱਲ ਫੋਨ ਐਰਿਕਸਨ T39 ਸੀ, ਜਿਸ ਤੋਂ ਬਾਅਦ ਹੋਰ ਨਿਰਮਾਤਾਵਾਂ ਨੇ, ਹੋਰ ਮੈਨੂਫੈਕਚਰਰਸ ਨੇ ਵੀ ਇਸ ਤਕਨੀਕ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਵੱਖਰੇ ਅੰਦਾਜ਼ਾਂ ਦੇ ਵਿੱਚ। ਫਿਰ 2002 ਦੀ ਗੱਲ ਕਰਦੇ ਹਾਂ। 2002 ਵਿੱਚ ਨਵੀਨਤਾ ਸਾਨਿਓ SCP-5300 ਦੇ ਰੂਪ ਵਿੱਚ ਆਈ। ਇੱਕ ਅਜਿਹਾ ਫੋਨ ਜਿਸ ਨੇ ਡਿਵਾਈਸ ਨੂੰ ਕੰਪਿਊਟਰ ਵਿੱਚ ਪਲੱਗ ਕਰਨ ਦੀ ਬਜਾਏ ਸਕਰੀਨ ਤੇ ਫੋਟੋਆਂ ਦੇਖਣ ਦੀ ਇਜਾਜ਼ਤ ਦਿੱਤੀ। ਇਹ ਸ਼ਾਨਦਾਰ ਫੋਨ 'ਚ ਡੂਅਲ ਕਲਰ ਡਿਸਪਲੇ ਅਤੇ ਫਲੈਸ਼ ਦੇ ਨਾਲ ਕੈਮਰਾ ਵੀ ਦਿੱਤਾ ਗਿਆ ਹੈ ਅਤੇ ਦੁਬਾਰਾ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਨੋਕੀਆ ਅਤੇ ਮੋਟੋਰੋਲਾ ਦਾ ਦਬਦਬਾ ਹੋਣ ਦੇ ਨਾਲ ਫੋਨ ਛੋਟਾ ਅਤੇ ਵਧੇਰੇ ਸਮਰੱਥ ਹੁੰਦਾ ਰਿਹਾ। ਨੋਕੀਆ ਨੇ 7610 ਨੂੰ ਪੇਸ਼ ਕਰਨ ਦੇ ਨਾਲ ਕੈਮਰਾ ਗੇਮ ਨੂੰ ਵੀ ਲੈਵਲ ਅਪ ਕੀਤਾ। 1 ਮੈਗਾਪਿਕਸਲ ਕੈਮਰੇ ਵਾਲਾ ਉਹਨਾਂ ਦਾ ਪਹਿਲਾ ਸਮਾਰਟਫੋਨ। ਉਹਨਾਂ ਨੇ ਪਹਿਲਾ ਸੱਚਾ ਗਲੋਬਲ ਰੋਮਿੰਗ ਫੋਨ ਨੋਕੀਆ 6330 ਵੀ ਪੇਸ਼ ਕੀਤਾ। ਪਹਿਲਾ ਵਾਟਰਪ੍ਰੂਫ ਫੋਨ 2005 ਵਿੱਚ ਸਾਹਮਣੇ ਆਇਆ। ਪਹਿਲਾ ਆਈਫੋਨ ਸੈੱਲ ਫੋਨ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ 2007 ਵਿੱਚ ਵਾਪਰੀ ਸੀ। ਪਹਿਲਾ ਆਈਫੋਨ, ਜਿਸ ਨੂੰ ਆਈਫੋਨ 2G ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਲਾਂਚ ਕੀਤਾ ਗਿਆ ਸੀ ਅਤੇ ਇੱਕ ਟੱਚ ਆਧਾਰਿਤ ਇੰਟਰਫੇਸ ਦੇ ਪੱਖ ਵਿੱਚ ਜ਼ਿਆਦਾਤਰ ਹਾਰਡਵੇਅਰ ਬਟਨਾਂ ਨੂੰ ਹਟਾਉਣ ਦੇ ਕਾਰਨ ਹਰ ਕਿਸੇ ਨੂੰ ਪਿੱਛੇ ਛੱਡ ਦਿੱਤਾ ਗਿਆ ਸੀ। ਪਹਿਲਾ ਐਂਡਰੋਇਡ ਫੋਨ। 1 ਸਾਲ ਬਾਅਦ ਪਹਿਲਾ ਐਂਡਰੋਇਡ ਫੋਨ HTC Dream ਵੀ ਲਾਂਚ ਕੀਤਾ ਗਿਆ ਸੀ।
ਐਂਡਰੋਇਡ ਆਪਰੇਟਿੰਗ ਸਿਸਟਮ ਦੀ ਸ਼ੁਰੂਆਤ ਦੀ ਇਸ ਦੀ ਫੰਕਸ਼ਨੈਲਿਟੀ ਅਤੇ ਥਰਡ ਪਾਰਟੀ ਸੌਫਟਵੇਅਰ ਦੀ ਘਾਟ ਕਾਰਨ ਆਲੋਚਨਾ ਕੀਤੀ ਗਈ, ਨਿੰਦਾ ਕੀਤੀ ਗਈ। ਪਰ ਇਸ ਦੇ ਬਾਵਜੂਦ ਇਸ ਦੇ ਨੋਟੀਫਿਕੇਸ਼ਨ ਸਿਸਟਮ ਅਤੇ ਗੂਗਲ ਦੀਆਂ ਸੇਵਾਵਾਂ ਨਾਲ ਏਕੀਕਰਨ ਦੇ ਕਾਰਨ ਇਸ ਨੂੰ ਨਵੀਨਤਾਕਾਰੀ ਮੰਨਿਆ ਗਿਆ ਸੀ, ਰਿਵੋਲੂਸ਼ਨਰੀ ਮੰਨਿਆ ਗਿਆ ਸੀ। 4G ਨੈਟਵਰਕ ਦੀ ਸ਼ੁਰੂਆਤ। ਲੌਂਗ ਟਰਮ ਐਵੋਲੂਸ਼ਨ ਸਟੈਂਡਰਡ ਦੀ ਪਹਿਲੀ ਰਿਲੀਜ਼ ਵਪਾਰਕ ਤੌਰ ਤੇ 2009 ਵਿੱਚ ਨਾਰਵੇ ਅਤੇ ਸਵੀਡਨ ਵਿੱਚ ਤਾਇਨਾਤ ਕੀਤੀ ਗਈ ਸੀ ਅਤੇ ਉਦੋਂ ਤੋਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਹੋ ਗਈ ਹੈ। ਸੈਮਸੰਗ ਦਾ ਪਹਿਲਾ ਗੈਲੈਕਸੀ ਫੋਨ ਇਸੇ ਸਾਲ ਸੈਮਸੰਗ ਨੇ GT 17500 ਲਾਂਚ ਕੀਤਾ, ਜੋ ਕਿ ਪਹਿਲਾ ਸੈਮਸੰਗ ਗੈਲੈਕਸੀ ਫੋਨ ਹੈ। ਗੂਗਲ ਮੈਪਸ ਨਾਲ ਪਹਿਲਾ ਫੋਨ। ਗੂਗਲ ਮੈਪਸ ਨੈਵੀਗੇਟਰ ਦੇ ਨਾਲ ਆਉਣ ਵਾਲਾ ਪਹਿਲਾ ਫੋਨ ਮੋਟੋਰੋਲਾ ਡਰॉइड ਸੀ, ਜੋ ਉਸੇ ਸਾਲ ਜਾਰੀ ਕੀਤਾ ਗਿਆ ਸੀ। ਐਪਲ ਨੇ ਆਈਫੋਨ 4 ਜਾਰੀ ਕੀਤਾ, ਜਿਸ ਨੇ ਰੈਟੀਨਾ ਡਿਸਪਲੇ ਦੇ ਨਾਲ ਫੇਸ ਟਾਈਮ ਵੀ ਪੇਸ਼ ਕੀਤਾ। ਇਹ ਪਹਿਲਾ ਆਈਫੋਨ ਸੀ ਜਿਸ ਵਿੱਚ ਫਰੰਟ ਫੇਸਿੰਗ ਕੈਮਰਾ ਸੀ। 2010 ਵਿੱਚ ਫਰੰਟ ਨੈਵੀਗੇਸ਼ਨ ਬਟਨਾਂ ਤੋਂ ਬਿਨਾਂ ਪਹਿਲਾ ਸੈਮਸੰਗ ਫੋਨ 2010 ਵਿੱਚ ਸੈਮਸੰਗ ਨੇ ਆਪਣਾ ਨਵਾਂ ਫਲੈਗਸ਼ਿਪ ਲਾਂਚ ਕੀਤਾ, ਸੈਮਸੰਗ ਗੈਲੈਕਸੀ S। ਉਸ ਸਮੇਂ ਉਹ 9.9 mm ਦਾ ਸਭ ਤੋਂ ਪਤਲਾ ਸਮਾਰਟਫੋਨ ਸੀ ਅਤੇ ਸਭ ਤੋਂ ਤੇਜ਼ ਗ੍ਰਾਫਿਕਲ ਪ੍ਰੋਸੈਸਿੰਗ ਸੀ। ਪਹਿਲਾ LTE ਸਮਾਰਟਫੋਨ ਇਸੇ ਸਾਲ ਸੈਮਸੰਗ ਨੇ ਪਹਿਲਾ 4G ਸਮਾਰਟਫੋਨ ਵੀ ਲਾਂਚ ਕੀਤਾ, ਸੈਮਸੰਗ SCHR9001। ਕੋਈ ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ 2010 ਵਿੱਚ ਮਾਰਕੀਟ ਵਿੱਚ ਆਈਆਂ। Nexus S NFC ਵਾਲਾ ਪਹਿਲਾ ਐਂਡਰੋਇਡ ਸਮਾਰਟਫੋਨ ਲਾਂਚ ਕੀਤਾ ਗਿਆ ਸੀ। ਮੋਟੋ ਡਿਫਾਈ ਪਹਿਲੇ ਪਾਣੀ ਰੋਧਕ ਐਂਡਰੋਇਡ ਸਮਾਰਟਫੋਨ ਦੇ ਰੂਪ ਵਿੱਚ ਜਾਰੀ ਕੀਤਾ ਗਿਆ ਸੀ ਅਤੇ ਸੈਮਸੰਗ ਨੇ ਸੈਮਸੰਗ ਨੋਟ ਅਤੇ 8 ਮੈਗਾਪਿਕਸਲ ਗੈਲੈਕਸੀ 2 ਦੋਵੇਂ ਲਾਂਚ ਕੀਤੇ ਸਨ। ਮੋਟੋਰੋਲਾ ਨੇ Razr ਲਾਂਚ ਕੀਤਾ, ਜੋ ਕਿ ਉਸ ਸਮੇਂ ਸਿਰਫ 7.1 ਮਿਲੀਮੀਟਰ ਦੇ ਸਭ ਤੋਂ ਪਤਲਾ ਫੋਨ ਸੀ ਅਤੇ ਐਪਲ ਨੇ ਆਈਫੋਨ 4S ਲਾਂਚ ਕੀਤਾ ਸੀ, ਜਿਸ ਵਿੱਚ Siri ਦੀ ਵਿਸ਼ੇਸ਼ਤਾ ਹੈ। ਇੱਕ ਸਮਾਰਟਫੋਨ ਤੇ ਪਹਿਲਾ ਨਿੱਜੀ ਡਿਜੀਟਲ ਵੌਇਸ ਸਹਾਇਕ। ਸੋਨੀ ਐਰਿਕਸਨ ਮੋਬਾਈਲ ਗੇਮਿੰਗ ਮਾਰਕੀਟ ਦੇ ਪਿੱਛੇ ਗਿਆ ਅਤੇ ਸੋਨੀ ਐਰਿਕਸਨ Xperia Play ਬਣਾਇਆ, ਇੱਕ ਗੇਮ ਕੰਸੋਲ ਵਰਗਾ ਫੋਨ ਗੇਮਿੰਗ ਅਨੁਭਵ ਤੇ ਕੇਂਦਰਿਤ। ਮੋਟੋਰੋਲਾ ਨੇ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਜੋੜਨ ਤੇ ਧਿਆਨ ਕੇਂਦਰਿਤ ਕੀਤਾ ਅਤੇ ਮੋਟੋਰੋਲਾ ਐਟਰਿਕਸ ਨੂੰ ਜਾਰੀ ਕੀਤਾ, ਫਿੰਗਰਪ੍ਰਿੰਟ ਸੈਂਸਰ ਦੀ ਵਿਸ਼ੇਸ਼ਤਾ ਵਾਲਾ ਪਹਿਲਾ ਫੋਨ 2011 ਵਿੱਚ Xiaomi ਨੇ ਆਪਣਾ ਪਹਿਲਾ ਫੋਨ Xiaomi M1 ਲਾਂਚ ਕੀਤਾ, ਜੋ ਸਿਰਫ ਏਸ਼ੀਆਈ ਬਾਜ਼ਾਰਾਂ ਵਿੱਚ ਹੀ ਉਪਲਬਧ ਸੀ। 2012 ਇੱਕ ਸਾਲ ਬਾਅਦ ਸੈਮਸੰਗ ਗੈਲੈਕਸੀ S3 ਲੈ ਕੇ ਆਇਆ, ਇੱਕ ਫੋਨ ਜਿਸ ਵਿੱਚ ਉਹਨਾਂ ਦਾ ਇੱਕ ਨਿੱਜੀ ਵੌਇਸ ਅਸਿਸਟੈਂਟ ਹੈ, ਨਾਲ ਹੀ ਆਈ ਟਰੈਕਿੰਗ ਕਰਨ ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਲਿਆਈਆਂ। 2014 ਵਿੱਚ OnePlus ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਬਾਅਦ ਕੋਰੀਅਨ ਜਾਇੰਟ ਸੈਮਸੰਗ ਅਤੇ LG ਦੁਆਰਾ ਕੁਝ ਨਵੀਨਤਾ ਕੀਤੀ ਗਈ ਸੀ। LG ਨੇ G3 ਲਾਂਚ ਕੀਤਾ, ਇੱਕ QHD ਸਕਰੀਨ ਵਾਲਾ ਪਹਿਲਾ ਫਲੈਗਸ਼ਿਪ, ਜਦੋਂ ਕਿ ਸੈਮਸੰਗ ਨੇ ਗੈਲੈਕਸੀ S5 ਲਾਂਚ ਕੀਤਾ, ਦਿਲ ਦੀ ਗਤੀ ਮੋਨੀਟਰ ਦੀ ਵਿਸ਼ੇਸ਼ਤਾ ਵਾਲਾ ਪਹਿਲਾ ਸਮਾਰਟਫੋਨ। 2015 ਇੱਕ ਸਾਲ ਬਾਅਦ 2015 ਵਿੱਚ ਉਹਨਾਂ ਨੇ ਸੈਮਸੰਗ ਗੈਲੈਕਸੀ S6 Edge ਨੂੰ ਲਾਂਚ ਕੀਤਾ, ਕਰਵ ਡਿਸਪਲੇ ਵਾਲੇ ਕਿਨਾਰਿਆਂ ਵਾਲਾ ਪਹਿਲਾ ਫੋਨ, ਜੋ ਵਾਧੂ ਕਾਰਜਸ਼ੀਲਤਾ ਦੀ ਇਜਾਜ਼ਤ ਦਿੰਦਾ ਹੈ। Google launched several Nexus phones, such as the Nexus 5X and Nexus GP, which would be followed by the first ever phone designed completely by Google, the Google Pixel. It was lauded for its best-in-class camera and came with the bonus of unlimited cloud storage. ਉਸੇ ਸਾਲ Apple ਨੇ iPhone 7 Plus ਲਾਂਚ ਕੀਤਾ, ਜਿਸ ਵਿੱਚ ਇੱਕ ਡੂਅਲ ਲੈਂਸ ਸਿਸਟਮ ਸੀ, ਜਿਸ ਵਿੱਚ ਕੋਈ ਹੈੱਡਫੋਨ ਜੈਕ ਨਹੀਂ ਸੀ ਅਤੇ ਇਹ ਪਹਿਲਾ ਅਧਿਕਾਰਤ ਤੌਰ ਤੇ ਵਾਟਰਪ੍ਰੂਫ ਆਈਫੋਨ ਸੀ। 2018 ਦੇ ਵਿੱਚ ਸਾਡੇ ਲਈ ਪਹਿਲਾ ਟ੍ਰਿਪਲ ਕੈਮਰਾ ਸਮਾਰਟਫੋਨ ਲੈ ਕੇ ਆਇਆ Huawei P20 Pro, ਜਿਸ ਵਿੱਚ ਇੱਕ 40MP ਲੈਂਸ, ਇੱਕ 20MP ਲੈਂਸ ਅਤੇ ਇੱਕ 8MP ਲੈਂਸ ਸੀ। ਅਸੀਂ 1973 ਵਿੱਚ ਸੈੱਲਫੋਨ ਦੀ ਯਾਤਰਾ ਸ਼ੁਰੂ ਕੀਤੀ ਅਤੇ 50 ਸਾਲ ਬਾਅਦ ਦੇਖੋ ਅਸੀਂ ਕਿੰਨੀ ਦੂਰ ਆ ਗਏ ਹਾਂ। ਹੈਰਾਨੀਜਨਕ ਹੈ ਨਾ? ਸੋ ਇਹੋ ਜਿਹੀ ਦਿਲਚਸਪ ਜਾਣਕਾਰੀ ਲਈ ਤੁਸੀਂ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।